पंजाबी शॉर्ट हैंड डिक्टेशन स्पीड 80 शब्द प्रति मिनट। बी रेडी स्टार्ट। बहुत सारे सियासी माहिर कुछ देर तो ये राय दे रहे हैं कि देश विच रियासत स्टेट दी फितरत बदल गई है डंडी। सिर्फ सत्ताधारी ही रियासत नहीं बनाउंदे डंडी। अजोके ਸਮਿਆਂ ਵਿੱਚ ਵਿਧਾਨਪਾਲਿਕਾ ਨਿਆਂਪਾਲਿਕਾ ਪ੍ਰਸ਼ਾਸਕੀ ਢਾਂਚਾ ਕਾਰਪੋਰੇਟ ਅਦਾਰੇ ਵੱਖ-ਵੱਖ ਤਰ੍ਹਾਂ ਦੇ ਦਬਾਅ ਬਣਾਉਣ ਵਾਲੇ ਗਰੁੱਪ ਅਤੇ ਕਈ ਹੋਰ ਤੱਤ ਸੱਤਾ ਵਿੱਚ ਭਾਈਵਾਲ ਹੁੰਦੇ ਹਨ ਡੰਡੀ। ਮਾਹਿਰਾਂ ਅਨੁਸਾਰ ਰਿਆਸਤ ਸਟੇਟ ਕੇਂਦਰੀਕਰਨ ਅਤੇ ਸਿਰਫ ਆਪਣੇ ਆਪ ਨੂੰ ਸਹੀ ਠਹਿਰਾਉਣ ਦੇ ਰੁਝਾਨਾਂ ਦਾ ਸ਼ਿਕਾਰ ਹੋ ਰਹੀ ਹੈ ਡੰਡੀ। ਚਿੰਤਾ ਦਾ ਵਿਸ਼ਾ ਇਹ ਹੈ ਕਿ ਅਜਿਹੇ ਰੁਝਾਨ ਰਿਆਸਤੀ ਸਟੇਟ ਦੇ ਹਰ ਹਿੱਸੇ ਵਿੱਚ ਦਿਖਾਈ ਦੇ ਰਹੇ ਹਨ ਡੰਡੀ। ਸੰਵਿਧਾਨ ਨੇ ਵਿਧਾਨ ਪਾਲਿਕਾ ਅਤੇ ਨਿਆਂਪਾਲਿਕਾ ਨੂੰ ਇਹ ਜ਼ਿੰਮੇਵਾਰੀ ਸੌਂਪੀ ਹੈ ਕਿ ਉਹ ਕਾਰਜਪਾਲਿਕਾ ਦੇ ਕੰਮਾਂ ਦੀ ਨਿਰਖ ਪਰਖ ਕਰਦਿਆਂ ਇਹ ਯਕੀਨੀ ਬਣਾਏ ਕਿ ਉਹ ਨਾਗਰਿਕਾਂ ਦੇ ਮੌਲਿਕ ਅਧਿਕਾਰਾਂ ਦੀ ਰਾਖੀ ਕਰੇ ਡੰਡੀ। ਕਾਰਜਪਾਲਿਕਾ ਵਿਚਲੇ ਸਟੇਟ ਨਕਾਰਾਤਮਕ ਪੱਖ ਤਾਂ ਕਈ ਸਾਲਾਂ ਤੋਂ ਦੇਖੇ ਜਾ ਰਹੇ ਸਨ, ਪਰ ਹੁਣ ਇਹ ਪੱਖ ਰਿਆਸਤ ਦੇ ਹੋਰ ਹਿੱਸਿਆਂ ਵਿੱਚ ਵੀ ਭਾਰੂ ਹੋ ਰਹੇ ਹਨ ਡੰਡੀ। ਪੈਰਾ ਚੇਂਜ। ਕਾਨੂੰਨੀ ਮਾਹਿਰ ਸੁਪਰੀਮ ਕੋਰਟ ਦੇ ਹੁਣ ਦੇ ਕੁਝ ਫੈਸਲਿਆਂ ਬਾਰੇ ਡੂੰਘੀ ਚਿੰਤਾ ਜਤਾ ਰਹੇ ਹਨ ਡੰਡੀ। ਇਹ ਫੈਸਲੇ ਤੀਸਤਾ ਸੀਤਲਵਾੜ ਅਤੇ ਹਿਮਾਂਸ਼ੂ ਕੁਮਾਰ ਦੇ ਕੇਸਾਂ ਵਿੱਚ ਸੁਣਾਏ ਗਏ ਹਨ ਡੰਡੀ। ਤੀਸਤਾ ਸੀਤਲਵਾੜ ਨੇ ਗੁਜਰਾਤ ਵਿੱਚ ਹੋਏ 2002 ਦੇ ਦੰਗਿਆਂ ਬਾਰੇ ਤਤਕਾਲੀਨ ਸੱਤਾਧਾਰੀਆਂ ਨੂੰ ਜ਼ਿੰਮੇਵਾਰ ਠਹਿਰਾਉਣ ਲਈ ਸੁਪਰੀਮ ਕੋਰਟ ਵਿੱਚ ਕੇਸ ਕੀਤਾ ਸੀ ਡੰਡੀ। ਇਸੇ ਤਰ੍ਹਾਂ ਹਿਮਾਂਸ਼ੂ ਕੁਮਾਰ ਨੇ ਸੁਰੱਖਿਆ ਬਲਾਂ ਤੇ ਛੱਤੀਸਗੜ੍ਹ ਵਿੱਚ 2009 ਵਿੱਚ 12 ਆਦੀਵਾਸੀਆਂ ਨੂੰ ਮਾਰਨ ਦੇ ਇਲਜ਼ਾਮ ਲਗਾਏ ਸਨ ਅਤੇ ਸਰਵਉੱਚ ਅਦਾਲਤ ਨੂੰ ਬੇਨਤੀ ਕੀਤੀ ਸੀ ਕਿ ਮਰਨ ਵਾਲਿਆਂ ਦੇ ਰਿਸ਼ਤੇਦਾਰਾਂ ਨੂੰ 5-5 ਲੱਖ ਰੁਪਏ ਦੀ ਰਾਹਤ ਰਾਸ਼ੀ ਦਿੱਤੀ ਜਾਵੇ ਡੰਡੀ। ਸੁਪਰੀਮ ਕੋਰਟ ਨੇ ਹਿਮਾਂਸ਼ੂ ਕੁਮਾਰ ਦੁਆਰਾ ਲਗਾਏ ਗਏ ਦੋਸ਼ ਨੂੰ ਝੂਠੇ ਅਤੇ ਆਧਾਰਹੀਣ ਦੱਸਦਿਆਂ ਕੇਂਦਰ ਸਰਕਾਰ ਨੂੰ ਇਹ ਇਜਾਜ਼ਤ ਦਿੱਤੀ ਹੈ ਕਿ ਉਹ ਹਿਮਾਂਸ਼ੂ ਕੁਮਾਰ 'ਤੇ ਸਾਜ਼ਿਸ਼ ਅਤੇ ਝੂਠੀਆਂ ਗਵਾਹੀਆਂ ਇਕੱਠੀਆਂ ਕਰਨ ਦਾ ਕੇਸ ਦਾਇਰ ਕਰਕੇ ਉਚਿਤ ਕਾਨੂੰਨੀ ਕਾਰਵਾਈ ਕਰ ਸਕਦੀ ਹੈ ਡੰਡੀ। ਹਿਮਾਂਸ਼ੂ ਨੂੰ 5 ਲੱਖ ਰੁਪਏ ਜੁਰਮਾਨਾ ਵੀ ਕੀਤਾ ਗਿਆ ਹੈ ਡੰਡੀ। ਸੁਪਰੀਮ ਕੋਰਟ ਨੇ ਸਰਕਾਰ ਨੂੰ ਤੀਸਤਾ ਸੀਤਲਵਾੜ ਅਤੇ ਉਸ ਦੇ ਸਾਥੀਆਂ 'ਤੇ ਵੀ ਮੁਕੱਦਮਾ ਚਲਾਉਣ ਦੀ ਇਜਾਜ਼ਤ ਦਿੱਤੀ ਸੀ ਡੰਡੀ। ਗੁਜਰਾਤ ਸਰਕਾਰ ਨੇ ਉਹਨਾਂ ਵਿਰੁੱਧ ਕੇਸ ਦਰਜ ਕਰਕੇ 2 ਸਾਬਕਾ ਪੁਲਿਸ ਅਧਿਕਾਰੀਆਂ ਨੂੰ ਗ੍ਰਿਫਤਾਰ ਕਰ ਲਿਆ ਹੈ ਡੰਡੀ। ਤੀਸਤਾ ਨੂੰ ਇੱਕ ਹੋਰ ਕੇਸ ਵਿੱਚ ਗ੍ਰਿਫਤਾਰ ਕੀਤਾ ਗਿਆ ਹੈ ਡੰਡੀ। ਹੁਣ ਸੱਤਾਧਾਰੀ ਪਾਰਟੀ ਦੇ ਬੁਲਾਰੇ ਕਹਿ ਰਹੇ ਹਨ ਕਿ ਤੀਸਤਾ ਨੇ ਇਹ ਸਭ ਕੁਝ ਕਾਂਗਰਸੀ ਆਗੂਆਂ ਸੋਨੀਆ ਗਾਂਧੀ ਅਤੇ ਅਹਿਮਦ ਪਟੇਲ ਦੇ ਕਹਿਣ 'ਤੇ ਕੀਤਾ ਡੰਡੀ। ਹਿਮਾਂਸ਼ੂ ਕੁਮਾਰ ਛੱਤੀਸਗੜ੍ਹ ਵਿੱਚ ਆਦੀਵਾਸੀ ਚੇਤਨਾ ਆਸ਼ਰਮ ਨਾਂ ਦੀ ਸੰਸਥਾ ਚਲਾਉਂਦਾ ਸੀ ਡੰਡੀ। 1 ਮਈ 2009 ਵਿੱਚ ਉਸ ਆਸ਼ਰਮ 'ਤੇ ਬੁਲਡੋਜ਼ਰ ਚਲਾ ਦਿੱਤਾ ਗਿਆ ਡੰਡੀ। ਉਹ ਗਾਂਧੀਵਾਦੀ ਅਤੇ
ਪੰਜਾਬੀ ਸ਼ਾਰਟ ਹੈਂਡ ਡਿਕਟੇਸ਼ਨ ਸਪੀਡ 80 ਸ਼ਬਦ ਪ੍ਰਤੀ ਮਿੰਟ। ਬੀ ਰੈਡੀ ਸਟਾਰਟ। ਦੇ ਖੇਤਰ ਵਿੱਚ ਕੰਮ ਕਰਨ ਵਾਲੇ ਕਾਰਕੁਨ ਪੁਲਿਸ ਅਤੇ ਸੁਰੱਖਿਆ ਬਲਾਂ ਦੀਆਂ ਕਾਰਵਾਈਆਂ ਬਾਰੇ ਅਕਸਰ ਸ਼ਿਕਾਇਤਾਂ ਕਰਦੇ ਹਨ। ਡੰਡੀ। ਕੌਮੀ ਮਨੁੱਖੀ ਅਧਿਕਾਰ ਕਮਿਸ਼ਨ ਬਹੁਤ ਵਾਰ ਅਜਿਹੀਆਂ ਸ਼ਿਕਾਇਤਾਂ ਬਾਰੇ ਵਿਚਾਰ ਕਰਕੇ ਸੂਬਾ ਸਰਕਾਰ ਤੋਂ ਰਿਪੋਰਟਾਂ ਮੰਗਦਾ ਅਤੇ ਪੀੜਤ ਪਰਿਵਾਰਾਂ ਨੂੰ ਰਾਹਤ ਰਾਸ਼ੀ ਦੇਣ ਦੇ ਹੁਕਮ ਦਿੰਦਾ ਹੈ। ਡੰਡੀ। ਕਮਿਸ਼ਨ ਭਾਵੇਂ ਕਈ ਸ਼ਿਕਾਇਤਾਂ 'ਤੇ ਕਾਰਵਾਈ ਨਹੀਂ ਕਰਦਾ, ਪਰ ਉਸ ਨੇ ਕਦੇ ਵੀ ਸ਼ਿਕਾਇਤ ਕਰਨ ਵਾਲਿਆਂ ਵਿਰੁੱਧ ਕਾਰਵਾਈ ਕਰਨ ਦਾ ਹੁਕਮ ਨਹੀਂ ਦਿੱਤਾ। ਡੰਡੀ। ਸ਼ਿਕਾਇਤ ਕਰਨਾ ਨਾਗਰਿਕਾਂ ਦਾ ਅਧਿਕਾਰ ਹੈ। ਡੰਡੀ। ਹਿਮਾਂਸ਼ੂ ਕੁਮਾਰ ਨੇ ਗਾਂਧੀਵਾਦੀ ਤਰੀਕਾ ਅਪਣਾਉਂਦਿਆਂ ਕਿਹਾ ਹੈ, ਮੈਂ ਜਾਣਦਾ ਹਾਂ ਮੈਂ ਜੇਲ੍ਹ ਜਾਵਾਂਗਾ। ਡੰਡੀ। ਜੁਰਮਾਨਾ ਦੇਣ ਦਾ ਮਤਲਬ ਇਹ ਸਵੀਕਾਰ ਕਰਨਾ ਹੈ ਕਿ ਮੈਂ ਕੋਈ ਗਲਤੀ ਕੀਤੀ ਹੈ। ਡੰਡੀ। ਹਿਮਾਂਸ਼ੂ ਕੁਮਾਰ ਦੇ ਕਥਨ ਦੇ ਅਰਥ ਹਨ ਕਿ ਉਸ ਦੇ ਅਨੁਸਾਰ ਉਸ ਨੇ ਆਪਣਾ ਨਾਗਰਿਕ ਫਰਜ਼ ਨਿਭਾਇਆ ਹੈ। ਡੰਡੀ। ਕੋਈ ਗਲਤੀ ਨਹੀਂ ਕੀਤੀ। ਡੰਡੀ। ਜਿਨ੍ਹਾਂ ਲੋਕਾਂ ਦੇ ਮਾਰੇ ਜਾਣ ਬਾਰੇ ਹਿਮਾਂਸ਼ੂ ਨੇ ਕੇਸ ਕੀਤਾ ਸੀ, ਉਹਨਾਂ ਵਿੱਚ 12 ਸਾਲ ਦੀ ਬੱਚੀ ਵੀ ਸ਼ਾਮਲ ਸੀ। ਡੰਡੀ। ਸੁਪਰੀਮ ਕੋਰਟ ਨੇ CBI ਅਤੇ ਛੱਤੀਸਗੜ੍ਹ ਪੁਲਿਸ ਨੂੰ ਇਹ ਤਫਤੀਸ਼ ਕਰਨ ਦੇ ਹੁਕਮ ਦਿੱਤੇ ਹਨ ਕਿ ਉਹ ਜਾਂਚ ਕਰਨ ਕਿ ਹਿਮਾਂਸ਼ੂ ਕੁਮਾਰ ਨੇ ਇਹ ਜਨਹਿਤ ਪਟੀਸ਼ਨ ਸੁਰੱਖਿਆ ਬਲਾਂ ਦੀ ਬਦਨਾਮੀ ਕਰਨ ਅਤੇ ਮਾਓਵਾਦੀਆਂ ਵਿਰੁੱਧ ਆਪਰੇਸ਼ਨ ਰੋਕਣ ਲਈ ਤਾਂ ਦਾਇਰ ਨਹੀਂ ਸੀ ਕੀਤੀ। ਡੰਡੀ। ਮਨੁੱਖੀ ਅਧਿਕਾਰਾਂ ਦੇ ਖੇਤਰ ਵਿੱਚ ਅਜਿਹਾ ਫੈਸਲਾ ਇਤਿਹਾਸ ਦੇ ਅਤਿਅੰਤ ਦੁਖਾਂਤਕ ਅਧਿਆਏ ਦੀ ਸ਼ੁਰੂਆਤ ਹੋ ਸਕਦਾ ਹੈ। ਡੰਡੀ। ਪੈਰਾ ਚੇਂਜ। ਪੰਜਾਬ ਦੇ ਟਰਾਂਸਪੋਰਟ ਵਿਭਾਗ ਵੱਲੋਂ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਦੇ ਮਾਮਲੇ ਵਿੱਚ ਜੁਰਮਾਨੇ ਅਤੇ ਸਜ਼ਾ ਬਾਰੇ ਜਾਰੀ ਕੀਤੇ ਨੋਟੀਫਿਕੇਸ਼ਨ ਨਾਲ ਆਮ ਲੋਕਾਂ ਵਿੱਚ ਬਹਿਸ ਛਿੜ ਗਈ ਹੈ। ਡੰਡੀ। ਨਵੇਂ ਨੋਟੀਫਿਕੇਸ਼ਨ ਅਨੁਸਾਰ ਤੇਜ਼ ਰਫ਼ਤਾਰ ਗੱਡੀ ਚਲਾਉਣ, ਲਾਲ ਬੱਤੀ ਦੀ ਉਲੰਘਣਾ ਕਰਨ, ਸ਼ਰਾਬ ਪੀ ਕੇ ਗੱਡੀ ਚਲਾਉਣ ਸਮੇਂ ਮੋਬਾਈਲ ਦੀ ਵਰਤੋਂ ਕਰਨ ਦੀ ਸੂਰਤ ਵਿੱਚ ਵੱਡੇ ਜੁਰਮਾਨੇ ਕੀਤੇ ਜਾਣਗੇ। ਡੰਡੀ। ਸ਼ਰਾਬ ਪੀ ਕੇ ਗੱਡੀ ਚਲਾਉਣ ਅਤੇ ਮੋਬਾਈਲ ਦੀ ਵਰਤੋਂ ਕਰਨ ਉੱਤੇ ਪਹਿਲੀ ਵਾਰੀ 5000 ਰੁਪਏ ਜੁਰਮਾਨਾ ਅਤੇ 3 ਮਹੀਨੇ ਤੱਕ ਲਾਇਸੈਂਸ ਮੁਅੱਤਲ ਹੋ ਜਾਵੇਗਾ। ਡੰਡੀ। ਦੂਸਰੀ ਵਾਰ ਫੜੇ ਜਾਣ ਉੱਤੇ 10,000 ਰੁਪਏ ਜੁਰਮਾਨਾ ਅਤੇ 3 ਮਹੀਨਿਆਂ ਲਈ ਲਾਇਸੈਂਸ ਮੁਅੱਤਲੀ ਦੀ ਸਜ਼ਾ ਮਿਲੇਗੀ। ਡੰਡੀ। ਤੇਜ਼ ਗਤੀ ਨਾਲ ਵਾਹਨ ਚਲਾਉਣ ਅਤੇ ਲਾਲ ਬੱਤੀ ਦੀ ਉਲੰਘਣਾ ਉੱਤੇ 1000 ਰੁਪਏ ਜੁਰਮਾਨਾ ਅਤੇ 3 ਮਹੀਨੇ ਲਈ ਲਾਇਸੈਂਸ ਮੁਅੱਤਲ ਕਰਨ ਦੀ ਸਜ਼ਾ ਨਿਰਧਾਰਤ ਕੀਤੀ ਗਈ ਹੈ। ਡੰਡੀ। ਟ੍ਰੈਫਿਕ ਨਿਯਮਾਂ ਦੀ ਉਲੰਘਣਾ ਸੜਕ ਹਾਦਸਿਆਂ ਦਾ ਕਾਰਨ ਬਣਦੀ ਹੈ। ਡੰਡੀ। ਲਗਭਗ 4000 ਲੋਕ ਇੱਕ ਸਾਲ ਵਿੱਚ ਸੜਕ ਹਾਦਸਿਆਂ ਕਾਰਨ ਆਪਣੀ ਜਾਨ ਗੁਆ ਬੈਠਦੇ ਹਨ। ਡੰਡੀ। ਬਹੁਤ ਸਾਰੀਆਂ ਮੌਤਾਂ ਹਸਪਤਾਲ ਲਿਜਾਣ ਵਿੱਚ ਦੇਰੀ ਕਾਰਨ ਹੁੰਦੀਆਂ ਹਨ। ਡੰਡੀ। ਵਿਧਾਨ ਸਭਾ ਵਿੱਚ ਵੀ ਬਹੁਤ ਵਾਰ ਇਹ ਚਰਚਾ ਹੋਈ ਅਤੇ ਨਿਯਮ ਵੀ ਬਣੇ, ਪਰ ਹਾਦਸੇ ਘਟੇ ਨਹੀਂ। ਡੰਡੀ। ਪੰਜਾਬ ਸਰਕਾਰ ਨੇ
ਪੰਜਾਬੀ ਸ਼ਾਰਟ ਹੈਂਡ ਡਿਕਟੇਸ਼ਨ ਸਪੀਡ 90 ਸ਼ਬਦ ਪ੍ਰਤੀ ਮਿੰਟ ਵੀ ਰੈਡੀ। ਸਟਾਰਟ। ਨਵੇਂ ਨੋਟੀਫਿਕੇਸ਼ਨ ਦੀਆਂ ਕਈ ਮੱਦਾਂ ਮੁੜ ਵਿਚਾਰਨ ਵਾਲੀਆਂ ਹਨ। ਡੰਡੀ। ਮਿਸਾਲ ਦੇ ਤੌਰ ਉੱਤੇ ਹਰ ਤਰ੍ਹਾਂ ਦੀ ਪਹਿਲੀ ਉਲੰਘਣਾ ਸਮੇਂ ਹੀ 1000 ਤੋਂ ਲੈ ਕੇ 5000 ਰੁਪਏ ਤੱਕ ਜੁਰਮਾਨਾ ਅਤੇ 3 ਮਹੀਨੇ ਲਈ ਲਾਇਸੈਂਸ ਮੁਅੱਤਲ ਕਰਨ ਦੀ ਸਜ਼ਾ ਹੈ। ਡੰਡੀ। ਨਿਮਨ ਮੱਧ ਵਰਗੀ ਲੋਕਾਂ ਜੋ ਮੋਟਰਸਾਈਕਲਾਂ ਸਕੂਟਰਾਂ ਆਦਿ ਉੱਤੇ ਆਪਣੇ ਕੰਮ ਧੰਦੇ ਲਈ ਜਾਂਦੇ ਹਨ ਲਈ ਅਜਿਹੇ ਜੁਰਮਾਨੇ ਅਦਾ ਕਰਨੇ ਮੁਸ਼ਕਿਲ ਹੋਣਗੇ। ਡੰਡੀ। ਇਹ ਸਹੀ ਹੈ ਕਿ ਜੇਕਰ ਇਹਨਾਂ ਫੈਸਲਿਆਂ ਨੂੰ ਸਹੀ ਤਰੀਕੇ ਨਾਲ ਲਾਗੂ ਕੀਤਾ ਜਾਵੇ ਤਾਂ ਵੱਡੀ ਗਿਣਤੀ ਵਿੱਚ ਲੋਕ ਨਿਯਮਾਂ ਦੀ ਉਲੰਘਣਾ ਕਰਨ ਤੋਂ ਗੁਰੇਜ਼ ਕਰਨਗੇ, ਪਰ ਲਾਇਸੈਂਸ ਮੁਅੱਤਲ ਕਰਨ ਦਾ ਮਤਲਬ ਇਹ ਹੈ ਕਿ ਉਹਨਾਂ ਲਈ ਲੰਮੇ ਸਮੇਂ ਲਈ ਕੰਮਕਾਜ ਦੀ ਜਗ੍ਹਾ ਜਾਣ ਵਿੱਚ ਰੁਕਾਵਟ ਪੈਦਾ ਹੋਵੇਗੀ। ਡੰਡੀ। ਪੈਸੇ ਵਾਲੇ ਲੋਕਾਂ ਲਈ ਇਹ ਜੁਰਮਾਨਾ ਬਹੁਤਾ ਮਾਇਨੇ ਨਹੀਂ ਰੱਖੇਗਾ। ਡੰਡੀ। ਸਰਕਾਰ ਨੂੰ ਚੇਤੰਨ ਰਹਿਣਾ ਚਾਹੀਦਾ ਹੈ ਕਿ ਵੱਧ ਜੁਰਮਾਨਾ ਅਤੇ ਲਾਇਸੈਂਸ ਮੁਅੱਤਲੀ ਭ੍ਰਿਸ਼ਟਾਚਾਰ ਨੂੰ ਵਧਾਉਣ ਦਾ ਕਾਰਨ ਨਾ ਬਣੇ। ਡੰਡੀ। ਨੋਟੀਫਿਕੇਸ਼ਨ ਪੱਛਮੀ ਦੇਸ਼ਾਂ ਦੇ ਟ੍ਰੈਫਿਕ ਨਿਯਮਾਂ ਤੋਂ ਪ੍ਰਭਾਵਿਤ ਜਾਪਦਾ ਹੈ। ਇਸ ਨੂੰ ਪੰਜਾਬ ਦੀ ਹਕੀਕਤ ਦੇ ਅਨੁਸਾਰ ਢਾਲਣ ਦੀ ਲੋੜ ਹੈ। ਡੰਡੀ। ਮਹਾਸਾਗਰਾਂ ਸਮੁੰਦਰਾਂ ਨੇ ਸਾਡੀਆਂ ਭੇਟਾਵਾਂ ਕਦੇ ਵੀ ਅਪ੍ਰਵਾਨ ਨਹੀਂ ਕੀਤੀਆਂ, ਭਾਵੇਂ ਇਹ ਚਿੱਕੜ ਗਾਰਾ ਹੋਵੇ, ਭਾਵੇਂ ਸੀਵਰੇਜ ਜ਼ਹਿਰੀਲੇ ਮਾਦੇ ਹੋਣ, ਸਨਅਤੀ ਰਹਿੰਦ ਖੂੰਹਦ ਪਲਾਸਟਿਕ ਹੋਵੇ ਜਾਂ ਹੋਰ ਕੂੜਾ ਚੱਕਰ ਕਰਕਟ। ਡੰਡੀ। ਹਾਲਾਤ ਉਦੋਂ ਬਹੁਤ ਨਾਜ਼ੁਕ ਹੋ ਗਏ ਜਦੋਂ ਇਹ ਜ਼ਹਿਰੀਲਾ ਮਾਦਾ ਸਮੁੰਦਰੀ ਜੀਵਨ ਵਿੱਚ ਦਾਖਲ ਹੋ ਕੇ ਉੱਥੋਂ ਸਮੁੰਦਰੀ ਖੁਰਾਕ ਰਾਹੀਂ ਸਾਡੇ ਭੋਜਨ ਦੀਆਂ ਥਾਲੀਆਂ ਤੱਕ ਪਹੁੰਚ ਗਿਆ। ਡੰਡੀ। ਇਨਸਾਨ ਹੁਣ ਤੱਕ ਦਰਿਆਵਾਂ, ਝੀਲਾਂ, ਤਲਾਬਾਂ, ਸਮੁੰਦਰਾਂ ਅਤੇ ਮਹਾਸਾਗਰਾਂ ਨੂੰ ਅਥਾਹ ਨੁਕਸਾਨ ਪਹੁੰਚਾ ਚੁੱਕਾ ਹੈ। ਇਹ ਜਾਣਦੇ ਹੋਣ ਦੇ ਬਾਵਜੂਦ ਕਿ ਧਰਤੀ ਉੱਤੇ ਅੱਧੀ ਆਕਸੀਜਨ ਦੀ ਹੋਂਦ ਸਮੁੰਦਰਾਂ ਕਾਰਨ ਹੀ ਹੈ। ਡੰਡੀ। ਇਸ ਦੇ ਬਾਵਜੂਦ ਅਸੀਂ ਕਿਉਂ ਆਪਣਾ ਹੀ ਸਾਹ ਘੁੱਟ ਰਹੇ ਹਾਂ? ਪ੍ਰਸ਼ਨ ਚਿੰਨ੍ਹ। ਪੁਰਤਗਾਲ ਵਿੱਚ 27 ਜੂਨ ਤੋਂ 1 ਜੁਲਾਈ ਤੱਕ ਹੋਈ ਸੰਯੁਕਤ ਰਾਸ਼ਟਰ ਮਹਾਸਾਗਰ ਕਾਨਫਰੰਸ ਵਿੱਚ ਇਹਨਾਂ ਅਤੇ ਹੋਰ ਬਹੁਤ ਸਾਰੀਆਂ ਵੰਗਾਰਾਂ ਉੱਤੇ ਰੌਸ਼ਨੀ ਪਾਈ ਗਈ ਤੇ ਸਮੱਸਿਆ ਦੇ ਹੱਲ ਲਈ ਆਲਮੀ ਪੱਧਰ 'ਤੇ ਚੁੱਕੇ ਜਾਣ ਵਾਲੇ ਕਦਮਾਂ ਬਾਬਤ ਵਿਚਾਰਾਂ ਕੀਤੀਆਂ ਗਈਆਂ। ਡੰਡੀ। ਨਾਲ ਹੀ ਇਹ ਗੱਲ ਉੱਤੇ ਜ਼ੋਰ ਦਿੱਤਾ ਗਿਆ ਕਿ ਦੁਨੀਆ ਭਰ ਵਿੱਚ ਕਿਤੇ ਵੀ ਸਥਿਤ ਜਲ ਸਰੋਤਾਂ ਭੰਡਾਰਾਂ ਦੀ ਪਵਿੱਤਰਤਾ ਬਣਾਈ ਰੱਖਣ ਦੀ ਲੋੜ ਬਾਰੇ ਜਾਗਰੂਕਤਾ ਜ਼ਰੂਰੀ ਹੈ। ਡੰਡੀ। ਸੰਯੁਕਤ ਨੇ ਸਮੁੰਦਰਾਂ ਦੀ ਬਦਇੰਤਜ਼ਾਮੀ ਕਾਰਨ ਰਾਸ਼ਟਰ ਵਿਕਾਸ ਪ੍ਰੋਗਰਾਮ ਸਮਾਜਿਕ ਤੇ ਮਾਲੀ ਨੁਕਸਾਨਾਂ ਬਦਲੇ ਸਾਲਾਨਾ $1 ਖਰਬ ਦੀ ਵਸੂਲੀ ਵਿੱਚ ਸਹਿਯੋਗ ਦੇਣ ਲਈ ਮਹਾਸਾਗਰ ਵਾਅਦਾ ਕੀਤਾ ਹੈ। ਡੰਡੀ। ਕਾਨਫਰੰਸ ਦੌਰਾਨ ਆਪਣੇ ਉਦਘਾਟਨੀ ਭਾਸ਼ਣ ਵਿੱਚ ਸੰਯੁਕਤ ਰਾਸ਼ਟਰ ਦੇ ਸਕੱਤਰ ਜਨਰਲ ਅੰਤੋਨੀਓ ਗੁਟੇਰੇਜ਼ ਨੇ ਕਿਹਾ, ਜਦੋਂ ਅਸੀਂ ਧਰਤੀ ਨੂੰ ਅਸਮਾਨ ਵਿੱਚੋਂ ਦੇਖਦੇ ਹਾਂ ਤਾਂ ਖੁਸ਼ ਹੁੰਦੇ ਹਾਂ ਕਿ ਅਸੀਂ ਸੱਚਮੁੱਚ ਨੀਲੇ ਗ੍ਰਹਿ ਉੱਤੇ ਰਹਿ ਰਹੇ ਹਾਂ। ਡੰਡੀ। ਸਮੁੰਦਰ ਸਾਨੂੰ ਜੋੜਦੇ ਹਨ, ਪਰ ਅਫਸੋਸ ਅਸੀਂ ਸਮੁੰਦਰਾਂ ਨੂੰ ਹਲਕੇ ਢੰਗ ਨਾਲ ਲਿਆ ਹੈ ਅਤੇ ਅੱਜ ਅਸੀਂ ਇਸ ਹਾਲਾਤ ਦਾ ਸਾਹਮਣਾ ਕਰ ਰਹੇ ਹਾਂ। ਉਸ ਨੂੰ ਮੈਂ ਸਮੁੰਦਰੀ ਹੰਗਾਮੀ ਹਾਲਤ ਹੀ ਕਹਾਂਗਾ। ਡੰਡੀ। UN ਦਾ ਦਿਲਕ ਅੰਬੂ ਦ੍ਰਿਸ਼ ਇਹ ਹੈ ਕਿ ਆਲਮੀ ਤਪਸ਼
ਸਮੁੰਦਰਾਂ ਦਾ ਤਾਪ। ਪੰਜਾਬੀ ਸ਼ਾਰਟਹੈਂਡ ਡਿਕਟੇਸ਼ਨ ਸਪੀਡ 85 ਸ਼ਬਦ ਪ੍ਰਤੀ ਮਿੰਟ। ਬੀ ਰੈਡੀ। ਸਟਾਰਟ। ਇਹ ਸਾਰੇ ਖੁਰਾਕੀ ਤੱਤਾਂ ਨਾਲ ਭਰਪੂਰ ਫਲ ਹਨ। ਡੰਡੀ। ਪੰਜਾਬ ਵਿੱਚ ਮੁਰੱਬਾਬੰਦੀ ਦੇ ਜਿੱਥੇ ਲਾਭ ਹੋਏ ਪਰ ਰੁੱਖਾਂ ਦੀ ਕਟਾਈ ਵੀ ਹੋਈ। ਡੰਡੀ। ਇਸ ਸਮੇਂ ਪੰਜਾਬ ਵਿੱਚ ਮਸਾਂ 94,000 ਹੈਕਟੇਅਰ ਰਕਬਾ ਹੀ ਫਲਾਂ ਹੇਠ ਹੈ। ਡੰਡੀ। ਇਸ ਵਿੱਚੋਂ ਅੱਧਾ ਰਕਬਾ ਕੇਵਲ ਕਿੰਨੂ ਹੇਠ ਹੈ। ਡੰਡੀ। ਦੂਜੇ ਨੰਬਰ ਉੱਤੇ ਅਮਰੂਦ ਹੈ ਜਿਸ ਹੇਠ ਕਰੀਬ 10,000 ਹੈਕਟੇਅਰ ਰਕਬਾ ਹੈ। ਡੰਡੀ। ਅੰਬਾਂ ਹੇਠ ਹੁਣ ਕੇਵਲ 8,000 ਹੈਕਟੇਅਰ ਰਕਬਾ ਹੀ ਰਹਿ ਗਿਆ ਹੈ। ਡੰਡੀ। ਬਾਗ ਲਗਾਉਣ ਤੋਂ ਆਮ ਲੋਕ ਘਬਰਾਉਂਦੇ ਹਨ ਕਿਉਂਕਿ ਬੂਟਿਆਂ ਦੀ ਵਿਸ਼ੇਸ਼ ਸਾਂਭ ਸੰਭਾਲ ਕਰਨੀ ਪੈਂਦੀ ਹੈ, ਪਰ ਘਰ ਦੀ ਵਰਤੋਂ ਲਈ ਬੰਬੀ ਲਾਗੇ 2-3 ਫਲਦਾਰ ਰੁੱਖ ਜ਼ਰੂਰ ਲਗਾਉਣੇ ਚਾਹੀਦੇ ਹਨ ਤਾਂ ਜੋ ਆਪਣੇ ਖੇਤਾਂ ਦੇ ਤਾਜ਼ੇ ਅਤੇ ਜ਼ਹਿਰ ਰਹਿਤ ਫਲਾਂ ਨੂੰ ਖਾਣ ਦਾ ਆਨੰਦ ਮਾਣਿਆ ਜਾ ਸਕੇ। ਡੰਡੀ। ਇਹਨਾਂ ਫਲਾਂ ਦਾ ਸਭ ਤੋਂ ਵੱਡਾ ਲਾਭ ਇਹ ਵੀ ਹੈ ਕਿ ਇਹਨਾਂ ਦੀ ਵਰਤੋਂ ਤੁਰੰਤ ਕੀਤੀ ਜਾ ਸਕਦੀ ਹੈ। ਡੰਡੀ। ਇਸ ਲਈ ਇਹ ਬਾਜ਼ਾਰ ਵਿੱਚੋਂ ਮਿਲਣ ਵਾਲੇ ਕਈ ਦਿਨ ਪੁਰਾਣੇ ਫਲਾਂ ਨਾਲੋਂ ਲਾਭਦਾਇਕ ਹੁੰਦੇ ਹਨ। ਡੰਡੀ। ਇਸ ਦੇ ਨਾਲ ਹੀ ਇਹ ਫਲ ਦਰੱਖਤਾਂ 'ਤੇ ਹੀ ਪੱਕਦੇ ਹਨ, ਇਸ ਲਈ ਕਿਸੇ ਰਸਾਇਣ ਦੀ ਵਰਤੋਂ ਨਹੀਂ ਕੀਤੀ ਹੁੰਦੀ। ਡੰਡੀ। ਅਗਸਤ ਸਤੰਬਰ ਸਦਾ ਬਹਾਰ ਨਵੇਂ ਬੂਟੇ ਲਗਾਉਣ ਲਈ ਢੁਕਵਾਂ ਸਮਾਂ ਹੈ। ਡੰਡੀ। ਆਪਣੇ ਖੇਤ ਵਿੱਚ ਅੰਬ, ਅਮਰੂਦ, ਬੇਰੀ, ਅੰਗੂਰ, ਨਿੰਬੂ, ਜਾਮਣ ਆਦਿ ਦੇ ਬੂਟੇ ਲਗਾ ਲੈਣੇ ਚਾਹੀਦੇ ਹਨ। ਡੰਡੀ। ਕਿੰਨੂ ਦੇ ਬਹੁਤ ਬਗੀਚੇ ਮਾਲਵਾ ਅਤੇ ਹੁਸ਼ਿਆਰਪੁਰ ਵਿੱਚ ਹਨ, ਪਰ ਬੰਬੀ ਲਾਗੇ ਇੱਕ ਬੂਟਾ ਤਾਂ ਲਗਾਇਆ ਹੀ ਜਾ ਸਕਦਾ ਹੈ। ਡੰਡੀ। PAU ਕਿੰਨੂ ਇੱਕ ਕਿਸਮ ਦਾ ਬੂਟਾ ਲਗਾਓ ਕਿਉਂਕਿ ਇਸ ਵਿੱਚ ਬੀਜ ਬਹੁਤ ਘੱਟ ਹੁੰਦੇ ਹਨ। ਡੰਡੀ। ਨਿੰਬੂ ਦੀ ਵਰਤੋਂ ਤਾਂ ਸਾਰਾ ਸਾਲ ਘਰ ਵਿੱਚ ਹੁੰਦੀ ਹੈ। ਡੰਡੀ। ਇਸ ਵਾਰ ਬਾਜ਼ਾਰ ਵਿੱਚ ਇਹ ਸਾਰੇ ਫਲਾਂ ਨਾਲੋਂ ਮਹਿੰਗੇ ਵਿਕੇ ਹਨ। ਡੰਡੀ। ਨਿੰਬੂ ਦਾ ਇੱਕ ਬੂਟਾ ਤਾਂ ਘਰ ਦੇ ਵਿਹੜੇ ਵਿੱਚ ਵੀ ਲਗਾਇਆ ਜਾ ਸਕਦਾ ਹੈ। ਡੰਡੀ। ਪੰਜਾਬ ਬਾਰਾਮਾਸੀ ਨਿੰਬੂ PAU ਬਾਰਾਮਾਸੀ ਨਿੰਬੂ ਇੱਕ ਤੇ ਕਾਗਜ਼ੀ ਇਸ ਦੀਆਂ ਸਿਫਾਰਿਸ਼ ਕੀਤੀਆਂ ਕਿਸਮਾਂ ਹਨ। ਡੰਡੀ। ਅਮਰੂਦ ਹਰ ਥਾਂ ਹੋ ਜਾਂਦਾ ਹੈ। ਡੰਡੀ। ਇਸ ਕਰਕੇ ਇਸ ਦਾ ਬੂਟਾ ਜ਼ਰੂਰ ਲਗਾਓ। ਡੰਡੀ। ਇਹ ਵਿਟਾਮਿਨ C ਅਤੇ ਐਂਟੀਆਕਸੀਡੈਂਟ ਦਾ ਵਧੀਆ ਸੋਮਾ ਹੈ। ਡੰਡੀ। ਘੱਟ ਬੀਜ ਲਈ ਸ਼ਵੇਤਾ ਅਤੇ ਲਾਲ ਗੁੱਦੇ ਲਈ ਪੰਜਾਬ ਪਿੰਕ ਕਿਸਮਾਂ ਦੇ ਬੂਟੇ ਲਗਾਓ। ਡੰਡੀ। ਇੱਕ ਬੂਟੇ ਤੋਂ 1 ਕੁਇੰਟਲ ਤੋਂ ਵੱਧ ਫਲ ਪ੍ਰਾਪਤ ਹੋ ਜਾਂਦਾ ਹੈ। ਡੰਡੀ। ਅੰਬ ਨੂੰ ਫਲਾਂ ਦਾ ਰਾਜਾ ਮੰਨਿਆ ਜਾਂਦਾ ਹੈ। ਡੰਡੀ। ਕਦੇ ਦੁਆਬੇ ਨੂੰ ਚੂਪਣ ਵਾਲੇ ਅੰਬਾਂ ਦਾ ਘਰ ਮੰਨਿਆ ਜਾਂਦਾ ਸੀ। ਡੰਡੀ। ਇਸੇ ਕਰਕੇ ਆਖਿਆ ਜਾਂਦਾ ਸੀ, ਅੰਬੀਆਂ ਨੂੰ ਤਰਸੇਂਗੀ ਜਦੋਂ ਛੱਡਿਆ ਦੇਸ਼ ਦੁਆਬਾ। ਡੰਡੀ। ਹੁਣ ਤਾਂ ਬਹੁਤੇ ਰੁੱਖ ਕੱਟੇ ਗਏ ਹਨ। ਡੰਡੀ। ਪੰਜਾਬ ਵਿੱਚ ਕਾਸ਼ਤ ਲਈ ਕਲਮੀ ਅੰਬਾਂ ਦੀਆਂ ਅਲਫੈਂਜ਼ੋ, ਦਸਹਿਰੀ ਤੇ ਲੰਗੜਾ ਕਿਸਮ ਦੀ ਸਿਫਾਰਸ਼ ਕੀਤੀ ਜਾਂਦੀ ਹੈ। ਡੰਡੀ। ਚੂਪਣ ਵਾਲੇ ਅੰਬਾਂ ਵਿੱਚ ਗੰਗੀਆਂ ਸੰਧੂਰੀ ਕਿਸਮ ਨੂੰ ਵਧੀਆ ਮੰਨਿਆ ਜਾਂਦਾ ਹੈ। ਡੰਡੀ। ਇਸ ਤੋਂ ਬਗੈਰ GN 1 ਤੋਂ GN 7 ਤੱਕ ਕਿਸਮਾਂ ਦੀ
ਪੰਜਾਬੀ ਸ਼ਾਰਟਹੈਂਡ ਡਿਕਟੇਸ਼ਨ ਸਪੀਡ 90 ਸ਼ਬਦ ਪ੍ਰਤੀ ਮਿੰਟ। ਬੀ ਰੈਡੀ ਸਟਾਰਟ। ਆ ਰਹੇ ਹਨ ਡੰਡੀ। ਸਮੁੰਦਰਾਂ ਦਾ ਤਲ ਉੱਚਾ ਹੋ ਰਿਹਾ ਹੈ ਡੰਡੀ। ਨੀਵੇਂ ਟਾਪੂ ਮੁਲਕਾਂ ਨੂੰ ਹੜ੍ਹਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਅਤੇ ਇਹੋ ਹਾਲਾਤ ਸੰਸਾਰ ਦੇ ਅਹਿਮ ਸਾਹਿਲੀ ਸ਼ਹਿਰਾਂ ਨੂੰ ਦਰਪੇਸ਼ ਹਨ ਡੰਡੀ। ਵਾਤਾਵਰਨ ਸੰਬੰਧੀ ਸੰਕਟ ਸਮੁੰਦਰਾਂ ਨੂੰ ਜ਼ਿਆਦਾ ਤੇਜ਼ਾਬੀ ਬਣਾ ਰਹੇ ਹਨ, ਜਿਸ ਨਾਲ ਸਮੁੰਦਰੀ ਖੁਰਾਕ ਲੜੀ ਵਿੱਚ ਵਿਘਨ ਪੈ ਰਿਹਾ ਹੈ ਡੰਡੀ। ਕਿਤੇ ਜ਼ਿਆਦਾ ਤੇਜ਼ੀ ਨਾਲ ਮੂੰਗੇ ਦੀਆਂ ਚੱਟਾਨਾਂ ਦਾ ਰੰਗ ਉੱਡ ਰਿਹਾ ਹੈ ਅਤੇ ਉਹ ਮਰ ਰਹੀਆਂ ਹਨ ਡੰਡੀ। ਸਮੁੰਦਰੀ ਕੰਢਿਆਂ ਦਾ ਜੈਵਿਕ ਢਾਂਚਾ ਜਿਵੇਂ ਜਵਾਰੀ ਬੇਲੇ, ਸਮੁੰਦਰੀ ਘਾਹ ਅਤੇ ਛੰਬਾਂ ਜਲਗਾਹਾਂ ਦੀ ਤਬਾਹੀ ਹੋ ਰਹੀ ਹੈ ਡੰਡੀ। ਜ਼ਮੀਨੀ ਪ੍ਰਦੂਸ਼ਣ ਕਾਰਨ ਵਿਆਪਕ ਇਲਾਕਿਆਂ ਵਿੱਚ ਸਾਹਿਲੀ ਨਿਰਜਿੰਦ ਖਿੱਤੇ ਪੈਦਾ ਹੋ ਰਹੇ ਹਨ ਡੰਡੀ। ਕਰੀਬ 80% ਗੰਦਾ ਪਾਣੀ ਬਿਨਾਂ ਸੁਧਾਈ ਦੇ ਸਿੱਧਾ ਸਮੁੰਦਰ ਵਿੱਚ ਵਹਾ ਦਿੱਤਾ ਜਾਂਦਾ ਹੈ ਡੰਡੀ। ਇਉਂ ਹਰ ਸਾਲ ਕਰੀਬ 80 ਲੱਖ ਟਨ ਪਲਾਸਟਿਕ ਕੂੜਾ ਸਮੁੰਦਰਾਂ ਵਿੱਚ ਆਣ ਡਿੱਗਦਾ ਹੈ ਡੰਡੀ। ਜੇ ਇਸ ਨੂੰ ਰੋਕਣ ਲਈ ਕਾਰਗਰ ਕਦਮ ਨਾ ਚੁੱਕੇ ਤਾਂ 2050 ਤੱਕ ਸਮੁੰਦਰਾਂ ਵਿੱਚ ਵਜ਼ਨ ਪੱਖੋਂ ਮੱਛੀਆਂ ਨਾਲੋਂ ਪਲਾਸਟਿਕ ਜ਼ਿਆਦਾ ਹੋ ਜਾਵੇਗੀ ਡੰਡੀ। ਸਿਹਤਮੰਦ ਅਤੇ ਉਤਪਾਦਕ ਸਮੁੰਦਰ ਸਾਡੇ ਸਾਰਿਆਂ ਦੇ ਭਵਿੱਖ ਲਈ ਬਹੁਤ ਜ਼ਰੂਰੀ ਹੈ ਡੰਡੀ। ਸਮੁੰਦਰਾਂ ਦੇ ਕਾਨੂੰਨ ਸੰਬੰਧੀ UN ਕਨਵੈਨਸ਼ਨ ਨੂੰ ਲਾਗੂ ਹੋਇਆਂ 40 ਸਾਲ ਬੀਤ ਚੁੱਕੇ ਹਨ ਡੰਡੀ। ਹੁਣ ਵੱਡੇ ਸਮੁੰਦਰਾਂ ਬਾਰੇ ਨਵੇਂ ਸਮਝੌਤੇ ਸੰਬੰਧੀ ਗੱਲਬਾਤ ਕੀਤੀ ਜਾ ਰਹੀ ਹੈ ਤਾਂ ਕਿ ਆਲਮੀ ਪਲਾਸਟਿਕ ਸੰਕਟ ਦਾ ਹੱਲ ਕੀਤਾ ਜਾ ਸਕੇ, ਕਿਉਂਕਿ ਇਸ ਕਾਰਨ ਸਾਡੇ ਸਮੁੰਦਰਾਂ ਦਾ ਦਮ ਘੁੱਟ ਰਿਹਾ ਹੈ ਡੰਡੀ। ਕਾਨਫਰੰਸਾਂ ਅਤੇ ਸੰਧੀਆਂ ਦੇ ਬਾਵਜੂਦ ਸਮੁੰਦਰਾਂ ਪ੍ਰਤੀ ਸਾਡੀ ਬੇਹੁਰਮਤੀ ਵਾਲੀ ਕਾਰਵਾਈ ਦਹਾਕਿਆਂ ਤੋਂ ਬੇਰੋਕ ਜਾਰੀ ਹੈ। ਜਿੱਥੇ ਅਸੀਂ ਪਾਣੀਆਂ ਨੂੰ ਕਿਨਾਰੇ ਉੱਤੇ ਧੱਕ ਦਿੱਤਾ ਹੈ ਡੰਡੀ। ਕਾਰਨ ਇਹ ਹੈ ਕਿ ਇਹ ਸਮੁੰਦਰ ਜੋ ਧਰਤੀ ਉੱਤੇ ਸਭ ਤੋਂ ਵੱਡਾ ਬੇਨੇਮ ਖਿੱਤਾ ਕਰਾਰ ਦਿੱਤੇ ਜਾਂਦੇ ਹਨ, ਕਿਉਂਕਿ ਧਰਤੀ ਦੀ 70% ਸਤਹ ਉੱਤੇ ਫੈਲੇ ਹੋਏ ਹਨ। ਸੰਬੰਧੀ ਕਾਰਵਾਈਆਂ ਨੂੰ ਨੇਮਬੰਦ ਕਰਨ ਲਈ ਕੋਈ ਵੀ ਵਿਆਪਕ ਕਾਨੂੰਨੀ ਢਾਂਚਾ ਮੌਜੂਦ ਨਹੀਂ ਹੈ ਡੰਡੀ। ਸੰਯੁਕਤ ਰਾਸ਼ਟਰ ਦੀ ਮਹਾਸਾਗਰ ਕਾਨਫਰੰਸ ਨੇ ਸਮੁੰਦਰਾਂ ਨੂੰ ਬਚਾਉਣ ਲਈ 4 ਸਿਫਾਰਿਸ਼ਾਂ ਕੀਤੀਆਂ ਹਨ ਅਤੇ ਅਜਿਹਾ ਕਰਕੇ ਅਸੀਂ ਆਪਣੇ ਆਪ ਨੂੰ ਹੀ ਬਚਾ ਰਹੇ ਹੋਵਾਂਗੇ ਡੰਡੀ। ਇਹ ਸਮੁੰਦਰ ਹੀ ਹੈ ਜਿਸ ਨੂੰ ਧਰਤੀ ਉੱਤੇ ਪਣਪੇ ਹਰ ਤਰ੍ਹਾਂ ਦੇ ਜੀਵਨ ਦਾ ਜ਼ਰੀਆ ਮੰਨਿਆ ਜਾਂਦਾ ਹੈ ਅਤੇ ਇਹ ਵੀ ਸਮੁੰਦਰ ਹੀ ਹੈ ਜਿਹੜਾ ਦਹਿ ਸਦੀਆਂ ਤੋਂ ਸਾਨੂੰ ਸਾਹ ਲੈਣ ਅਤੇ ਧਰਤੀ ਉੱਤੇ ਜ਼ਿੰਦਾ ਰਹਿਣ ਵਿੱਚ ਮਦਦ ਕਰ ਰਿਹਾ ਹੈ ਡੰਡੀ। ਪਹਿਲਾਂ ਸਾਨੂੰ ਖੁਰਾਕ, ਨਵਿਆਉਣਯੋਗ ਊਰਜਾ ਅਤੇ ਰੋਜ਼ੀ ਰੋਟੀ ਲਈ ਟਿਕਾਊ ਸਮੁੰਦਰੀ ਅਰਥਚਾਰਿਆਂ ਵਿੱਚ ਨਿਵੇਸ਼ ਕਰਨ ਦੀ ਲੋੜ ਹੈ ਡੰਡੀ। ਪੈਰਾ ਚੇਂਜ। ਇਸ ਲਈ ਸਮੁੰਦਰੀ ਭੋਜਨ ਸੰਬੰਧੀ ਟਿਕਾਊ ਢੰਗ ਤਰੀਕਿਆਂ ਨੂੰ ਹੱਲਾਸ਼ੇਰੀ ਦੇਣ ਲਈ ਲੰਬੀ ਮਿਆਦ ਵਾਸਤੇ ਫੰਡ ਮੁਹੱਈਆ ਕਰਾਉਣ ਤੇ ਵਚਨਬੱਧਤਾ ਨਿਭਾਉਣ ਦੀ ਜ਼ਰੂਰਤ ਹੋਵੇਗੀ ਡੰਡੀ। ਦੂਜਾ, ਸਮੁੰਦਰ ਨੂੰ ਲਾਜ਼ਮੀ ਤੌਰ 'ਤੇ ਇਸ ਗੱਲ ਲਈ ਮਾਡਲ ਬਣਾਇਆ ਜਾਣਾ ਚਾਹੀਦਾ ਹੈ ਕਿ ਅਸੀਂ ਆਪਣੀ ਵਡੇਰੀ ਭਲਾਈ ਲਈ ਆਪਣੇ ਸਾਂਝੇ ਆਲਮੀ ਸਰੋਕਾਰਾਂ ਨੂੰ ਕਿਵੇਂ ਪ੍ਰਬੰਧਿਤ ਕਰ ਸਕਦੇ ਹਾਂ ਡੰਡੀ। ਇਸ ਲਈ ਬਹੁਤ ਜ਼ਰੂਰੀ ਹੈ ਕਿ ਹਰ ਤਰ੍ਹਾਂ ਦੇ ਸਮੁੰਦਰੀ ਪ੍ਰਦੂਸ਼ਣ ਨੂੰ ਰੋਕਿਆ ਤੇ ਘਟਾਇਆ ਜਾਵੇ
ਪੰਜਾਬੀ ਸ਼ਾਰਟਹੈਂਡ ਡਿਕਟੇਸ਼ਨ ਸਪੀਡ 100 ਸ਼ਬਦ ਪ੍ਰਤੀ ਮਿੰਟ। ਬੀ ਰੈਡੀ, ਸਟਾਰਟ। ਤੀਜਾ, ਸਾਨੂੰ ਸਮੁੰਦਰਾਂ ਅਤੇ ਉਹਨਾਂ ਲੋਕਾਂ ਜਿਨ੍ਹਾਂ ਦੀ ਰੋਜ਼ੀ ਸਮੁੰਦਰਾਂ ਉੱਤੇ ਨਿਰਭਰ ਹੈ ਦੀ ਵਾਤਾਵਰਣ ਤਬਦੀਲੀ ਦੇ ਅਸਰਾਂ ਤੋਂ ਸੁਰੱਖਿਆ ਯਕੀਨੀ ਬਣਾਉਣੀ ਹੋਵੇਗੀ। ਡੰਡੀ। ਇਸ ਤੋਂ ਅਗਾਂਹ ਸਾਨੂੰ ਸਮੁੰਦਰੀ ਜੈਵਿਕ ਪ੍ਰਬੰਧ ਨੂੰ ਸੁਰੱਖਿਅਤ ਕਰਨਾ ਪਵੇਗਾ, ਜਿਸ ਵਿੱਚ ਜਵਾਰੀ ਬੇਲੇ, ਜਲਗਾਹਾਂ ਤੇ ਮੂੰਗੇ ਦੀਆਂ ਚੱਟਾਨਾਂ ਵੀ ਸ਼ਾਮਲ ਹਨ, ਅਤੇ ਨਾਲ ਹੀ ਜਹਾਜ਼ਰਾਨੀ ਵਾਤਾਂ ਨੂੰ ਵੀ ਹੁਣ ਨਾਲੋਂ ਜ਼ਿਆਦਾ ਹਰਿਆਲੀ, ਸਮੁੰਦਰੀ ਆਵਾਜਾਈ ਵਰਨ ਪੱਖੀ ਬਣਾਉਣਾ ਹੋਵੇਗਾ। ਡੰਡੀ। ਸਮੁੰਦਰ ਵਿੱਚ ਤੇਲ ਦੇ ਰਿਸਾਅ ਦੀਆਂ ਘਟਨਾਵਾਂ ਨੂੰ ਰੋਕਣਾ ਹੋਵੇਗਾ। ਇਸ ਦਾ ਸਮੁੰਦਰੀ ਜੀਵਾਂ ਉੱਤੇ ਬਹੁਤ ਮਾਰੂ ਅਸਰ ਪੈਂਦਾ ਹੈ। ਡੰਡੀ। ਸਾਹਿਲੀ ਇਲਾਕਿਆਂ ਵਿੱਚ ਅਗਾਊਂ ਚੇਤਾਵਨੀ ਪ੍ਰਣਾਲੀ ਉੱਥੇ ਰਹਿਣ ਵਾਲੇ ਭਾਈਚਾਰਿਆਂ ਨੂੰ ਕਿਸੇ ਵੀ ਹਾਲਾਤ ਵਿੱਚ ਪਹਿਲਾਂ ਚੇਤੰਨ ਤੇ ਉਸਦੇ ਟਾਕਰੇ ਲਈ ਤਿਆਰ ਕਰੇਗੀ। ਡੰਡੀ। ਚੌਥਾ, UN ਵਿਗਿਆਨ ਤੇ ਨਵੀਆਂ ਕਾਢਾਂ ਨੂੰ ਵਧੇਰੇ ਤਵੱਜੋ ਦੇਣ ਦੀ ਸਲਾਹ ਦਿੰਦਾ ਹੈ ਤਾਂ ਕਿ ਇਹ ਸਾਨੂੰ ਆਲਮੀ ਸਮੁੰਦਰੀ ਕਾਰਵਾਈ ਲਈ ਇੱਕ ਨਵੇਂ ਅਧਿਆਏ ਲਈ ਸੇਧ ਦੇ ਸਕਣ। ਡੰਡੀ। ਜਿੱਥੋਂ ਤੱਕ ਭਾਰਤ ਦਾ ਸਵਾਲ ਹੈ, ਇਸ ਦਾ 7500 ਕਿਲੋਮੀਟਰ ਲੰਮਾ ਸਾਹਿਲ ਇਸ ਨੂੰ ਅਹਿਮ ਸੁਰੱਖਿਆ ਮੁੱਦਾ ਬਣਾਉਂਦਾ ਹੈ। ਡੰਡੀ। ਸਮੁੰਦਰੀ ਸੁਰੱਖਿਆ ਨੂੰ ਤਰਜੀਹ ਦੇਣੀ ਲਾਜ਼ਮੀ ਹੈ, ਪਰ ਨਾਲ ਹੀ ਸਮੁੰਦਰ ਨੂੰ ਟਿਕਾਊਪਣ ਅਤੇ ਰੋਜ਼ੀ ਰੋਟੀ ਦੇ ਅਹਿਮ ਵਸੀਲੇ ਵਜੋਂ ਸੰਭਾਲਣਾ ਵੀ ਬਹੁਤ ਅਹਿਮੀਅਤ ਰੱਖਦਾ ਹੈ। ਡੰਡੀ। 3 ਦਹਾਕਿਆਂ ਤੋਂ ਵੀ ਪਹਿਲਾਂ ਡੂੰਘੇ ਸਮੁੰਦਰਾਂ ਨੂੰ ਘੋਖਣ ਵਾਲੇ ਫਰਾਂਸੀਸੀ ਮਾਹਿਰ ਤੇ ਫੋਟੋਗ੍ਰਾਫਰ ਜ਼ਾਕ ਕੌਸਟੋ, ਜਿਸ ਨੇ ਸਕੂਬਾ ਗੋਤਾਖੋਰਾਂ ਲਈ ਐਕੁਆਲੰਗ ਦੀ ਕਾਢ ਕੱਢੀ ਸੀ, ਨੇ ਸਾਨੂੰ ਹਿੰਦ ਮਹਾਸਾਗਰ ਵਿੱਚ ਫੈਲ ਰਹੇ ਪ੍ਰਦੂਸ਼ਣ ਬਾਰੇ ਖਬਰਦਾਰ ਕੀਤਾ ਸੀ ਅਤੇ ਜ਼ੋਰ ਦੇ ਕੇ ਕਿਹਾ ਸੀ ਕਿ ਸਮੁੰਦਰ ਨੂੰ ਪਲੀਤੀ ਤੋਂ ਬਚਾਉਣ ਲਈ ਠੋਸ ਕਦਮ ਉਠਾਉਣੇ ਚਾਹੀਦੇ ਹਨ। ਡੰਡੀ। ਅੱਜ ਉਸ ਦੇ ਪੋਤਰੇ ਫਿਲਿਪ ਕੌਸਟੋ, ਜੋ ਵਾਤਾਵਰਣ ਪ੍ਰੇਮੀ ਤੇ ਸਮੁੰਦਰੀ ਮਾਹਿਰ ਹੈ, ਦਾ ਕਹਿਣਾ ਹੈ ਕਿ ਅਜੇ ਵੀ ਵੇਲਾ ਹੈ, ਸਮੁੰਦਰਾਂ ਨੂੰ ਬਚਾਇਆ ਜਾ ਸਕਦਾ ਹੈ। ਅਜੇ ਬਹੁਤੀ ਦੇਰ ਨਹੀਂ ਹੋਈ, ਬਸ਼ਰਤੇ ਅਸੀਂ ਹਾਂਦਰੂ ਕਦਮ ਉਠਾਈਏ ਅਤੇ ਵਚਨਬੱਧਤਾ ਤੇ ਠੋਸ ਇਰਾਦੇ ਦਾ ਮੁਜ਼ਾਹਰਾ ਕਰੀਏ। ਡੰਡੀ। ਉਸਨੇ ਇੱਕ ਇੰਟਰਵਿਊ ਵਿੱਚ ਕਿਹਾ, ਅਸੀਂ ਜਾਣਦੇ ਹਾਂ ਕਿ ਸਮੁੰਦਰ ਦੇ 30% ਹਿੱਸੇ ਨੂੰ ਬਚਾਉਣ ਲਈ ਕਰੀਬ $255 ਅਰਬ ਦੀ ਲਾਗਤ ਆਵੇਗੀ। ਡੰਡੀ। ਆਲਮੀ ਅਰਥਚਾਰੇ ਨੇ ਕਰੋਨਾ ਵਾਇਰਸ ਦੇ ਟਾਕਰੇ ਲਈ ਜੋ ਸਰਮਾਇਆ ਖਰਚਿਆ ਹੈ, ਇਹ ਉਸ ਦਾ ਇੱਕ ਅੰਸ਼ ਹੀ ਹੈ। ਡੰਡੀ। ਇਸ ਲਈ ਪੈਸੇ ਦੀ ਘਾਟ ਨਹੀਂ ਹੈ, ਸਾਨੂੰ ਬਸ ਸਿਆਸੀ ਠੋਸ ਇਰਾਦੇ ਦੀ ਲੋੜ ਹੈ ਤਾਂ ਕਿ ਇਸ ਨੂੰ ਸਾਕਾਰ ਕੀਤਾ ਜਾ ਸਕੇ। ਡੰਡੀ। ਕੁਦਰਤ ਦੇ ਬਖਸ਼ੇ ਫਲ ਸਾਡੇ ਸੰਤੁਲਿਤ ਭੋਜਨ ਲਈ ਵਰਦਾਨ ਹਨ। ਡੰਡੀ। ਜੇ ਭੋਜਨ ਨਾਲ ਇਹਨਾਂ ਦੀ ਰੋਜ਼ਾਨਾ ਵਰਤੋਂ ਕੀਤੀ ਜਾਵੇ ਤਾਂ ਮਨੁੱਖੀ ਸਰੀਰ ਬਹੁਤ ਸਾਰੀਆਂ ਬਿਮਾਰੀਆਂ ਦਾ ਟਾਕਰਾ ਕਰਨ ਦੇ ਸਮਰੱਥ ਹੋ ਜਾਂਦਾ ਹੈ। ਡੰਡੀ। ਫਲਾਂ ਵਿੱਚ ਮਨੁੱਖੀ ਸਰੀਰ ਲਈ ਲੋੜੀਂਦੇ ਵਿਟਾਮਿਨ ਅਤੇ ਧਾਤਾਂ ਹੁੰਦੀਆਂ ਹਨ। ਡੰਡੀ। ਫਲਾਂ ਦੇ ਪੂਰੇ ਖੁਰਾਕੀ ਤੱਤ ਤਾਜ਼ੇ ਫਲਾਂ ਤੋਂ ਹੀ ਪ੍ਰਾਪਤ ਹੁੰਦੇ ਹਨ। ਡੰਡੀ। ਆਮ ਲੋਕ ਫਲਾਂ ਦੀ ਵਰਤੋਂ ਘੱਟ ਕਰਦੇ ਹਨ। ਡੰਡੀ। ਫਲਾਂ ਦੀ ਕਾਸ਼ਤ ਵੱਡੇ ਪੱਧਰ 'ਤੇ ਨਾ ਹੋਣ ਕਰਕੇ ਅਕਸਰ ਇਹਨਾਂ ਦੀਆਂ ਕੀਮਤਾਂ ਜ਼ਿਆਦਾ ਹੁੰਦੀਆਂ ਹਨ। ਡੰਡੀ। ਬਾਜ਼ਾਰ ਵਿੱਚ ਮਿਲਣ ਵਾਲੇ ਫਲ ਕਈ ਵਾਰ ਰਸਾਇਣਾਂ ਨਾਲ ਪਕਾਏ ਹੁੰਦੇ ਹਨ। ਡੰਡੀ। ਉਂਝ ਵੀ ਰੇਹੜੀਆਂ ਉੱਤੇ ਰੱਖੇ ਫਲਾਂ ਉੱਤੇ ਮਿੱਟੀ ਅਤੇ ਹੋਰ ਕੀਟਾਣੂ ਆ ਜਾਂਦੇ ਹਨ। ਡੰਡੀ। ਅੱਧੀ ਸਦੀ ਪਹਿਲਾਂ ਪੰਜਾਬ ਵਿੱਚ ਫਲਾਂ ਦੇ ਰੁੱਖ ਚੌਖੀ ਗਿਣਤੀ ਵਿੱਚ ਹੁੰਦੇ ਸਨ। ਡੰਡੀ। ਆਮ ਕਰਕੇ ਖੂਹਾਂ ਲਾਗੇ 1-2 ਫਲਦਾਰ ਬੂਟੇ